ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਨੂੰ ਆਪਣੀ ਦਰਾਣੀ ਤੋਂ ਬਹੁਤ ਈਰਖਾ ਮਹਿਸੂਸ ਹੁੰਦੀ ਸੀ ਕਿਉਂਕਿ ਉਹ ਵਿਆਹ ਤੋਂ ਤੁਰੰਤ ਬਾਅਦ ਹੀ ਗਰਭਵਤੀ ਹੋ ਗਈ ਸੀ ਜਦੋਂ ਕਿ ਮੈਂ ਬਾਂਝ ਸੀ। ਹੁਣ ਮੇਰੀ ਸੱਸ ਹਰ ਸਮੇਂ ਮੈਨੂੰ ਤਾਨੇ ਮਾਰਦੀ ਰਹਿੰਦੀ ਸੀ, ਕਹਿੰਦੀ ਸੀ ਕਿ ਮੈਂ ਜਲਦੀ ਹੀ ਤੈਨੂੰ ਤਲਾਕ ਦਵਾ ਦਿਆਂਗੀ। ਮੈਂ ਬਹੁਤ ਡਰੀ ਹੋਈ ਸੀ, ਪਰ ਮੈਨੂੰ ਉਸ ਵਕਤ ਬਹੁਤ ਹੈਰਾਨੀ ਹੁੰਦੀ ਜਦੋਂ ਹਰ ਰਾਤ ਮੇਰੀ ਦਰਾਣੀ ਮੇਰੇ ਪੈਰੀ ਪੈ ਕੇ ਕਹਿੰਦੀ, ਦੇਖ ਲੈਣਾ ਦੀਦੀ, ਜਿਸ ਦਿਨ ਬੱਚੇ ਨੂੰ ਜਨਮ ਦੇਵਾਂਗੀ ਉਸੇ ਦਿਨ ਸਾਰੇ ਮੈਨੂੰ ਘਰੋਂ ਧੱਕੇ ਮਾਰ ਕੇ ਕੱਢ ਦੇਣਗੇ। ਮੈਨੂੰ ਮਾफ़ ਕਰ ਦਿਓ ਦੀਦੀ। ਮੈਨੂੰ ਬਹੁਤ ਹੈਰਾਨੀ ਹੁੰਦੀ ਕਿ ਉਹ ਇਸ ਤਰ੍ਹਾਂ ਕਿਉਂ ਕਹਿੰਦੀ ਹੈ। ਜਿਸ ਦਿਨ ਡਿਲੀਵਰੀ ਦਾ ਸਮਾਂ ਆ ਗਿਆ, ਮੇਰੀ ਦਰਾਣੀ ਮੈਨੂੰ ਆਪਣੇ ਨਾਲ ਅੰਦਰ ਲੈ ਗਈ, ਗੁਪਤ ਰੂਪ ਵਿੱਚ ਕਿਹਾ, ਇਸ ਬੱਚੇ ਨੂੰ ਲੈ ਕੇ ਭੱਜ ਜਾਓ, ਵੈਸੇ ਵੀ ਤੁਸੀਂ ਬਾਂਝ ਹੋ। ਮੈਂ ਬਹੁਤ ਖੁਸ਼ ਹੋਈ ਤੇ ਮੈਂ ਤੁਰੰਤ ਬਾਅਦ ਬੱਚੇ ਨੂੰ ਲੈ ਕੇ ਭੱਜ ਗਈ। ਜਿਵੇਂ ਹੀ ਮੈਂ ਉਸ ਬੱਚੇ ਤੋਂ ਕੱਪੜਾ ਉਤਾਰਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਬੱਚਾ ਨਹੀਂ ਬਲਕਿ ਮੇਰੇ ਪਤੀ ਦਾ ਜ਼ਿੰਦਗੀ ਫੁੱਲਾਂ ਨਾਲ ਨਹੀਂ ਸਜਾਈ ਹੁੰਦੀ। ਹਰ ਇਨਸਾਨ ਦਾ ਇਮਤਿਹਾਨ ਹੁੰਦਾ ਹੈ, ਪਰ ਪਤਾ ਨਹੀਂ ਇੰਨੇ ਇਮਤਿਹਾਨ ਮੇਰੇ ਹਿੱਸੇ ਕਿਉਂ ਆਏ। ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ, ਮੈਂ ਆਪਣੇ ਸਹੁਰਿਆਂ ਉੱਤੇ ਰਾਜ ਕਰਾਂਗੀ। ਇਹ ਖੁਸ਼ੀ ਵੀ ਮੇਰੇ ਦਿਲ ਵਿੱਚ ਇਸ ਕਰਕੇ ਪੈਦਾ ਹੋਈ ਸੀ ਕਿਉਂਕਿ ਮੈਂ ਬਹੁਤ ਸੋਹਣੀ ਸੀ। ਜੋ ਕੋਈ ਵੀ ਮੈਨੂੰ ਦੇਖਦਾ ਸੀ ਤਾਂ ਉਹ ਮੇਰੀ ਤਾਰੀਫ ਕਰਦਾ ਸੀ, ਪਰ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈ ਸੀ, ਜਿਸ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਮਿਲੀ। ਮੇਰੀ ਨਣਦ ਮੇਰੀ ਖੂਬਸੂਰਤੀ ਤੋਂ ਬਹੁਤ ਸੜਦੀ ਸੀ। ਇਸ ਗੱਲ ਦਾ ਅਹਿਸਾਸ ਮੈਨੂੰ ਵਿਆਹ ਤੋਂ ਦੂਜੇ ਦਿਨ ਹੀ ਹੋ ਗਿਆ ਸੀ, ਜਦੋਂ ਮੈਂ ਸਵੇਰੇ ਇਸ਼ਨਾਨ ਕਰਕੇ ਕਮਰੇ ਤੋਂ ਬਾਹਰ ਆਈ ਤਾਂ ਕਿ ਮੈਂ ਆਪਣੇ ਤੇ ਆਪਣੇ ਪਤੀ ਲਈ ਨਾਸ਼ਤਾ ਬਣਾ ਲਵਾਂ। ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਜਦੋਂ ਕਮਰੇ ਵਿੱਚ ਨਹੀਂ ਹੋਵਾਂਗੀ ਤਾਂ ਮੇਰੀ ਨਣਦ ਮੇਰੇ ਕਮਰੇ ਵਿੱਚ ਚਲੀ ਜਾਵੇਗੀ। ਜਦੋਂ ਮੈਂ ਨਾਸ਼ਤਾ ਬਣਾ ਕੇ ਵਾਪਸ ਕਮਰੇ ਵਿੱਚ ਗਈ ਤਾਂ ਉਸਨੇ ਮੇਰਾ ਸਾਰਾ ਸਮਾਨ ਉਲਟ-ਪੁਲਟ ਕਰ ਦਿੱਤਾ ਸੀ। ਮੈਂ ਹੱਕੀ ਬੱਕੀ ਖੜੀ ਦੇਖ ਰਹੀ ਸੀ। ਮੈਂ ਕਿਹਾ, ਨਤਾਸ਼ਾ, ਇਹ ਕੀ ਹੈ? ਉਸ ਦੇ ਚਿਹਰੇ ਤੇ ਜਰਾ ਵੀ ਸ਼ਰਮ ਨਹੀਂ ਸੀ। ਉਹ ਗੁੱਸੇ ਵਿੱਚ ਆਈ ਤੇ ਕਿਹਾ, ਮੈਂ ਕਰੀਮ ਲੱਭ ਰਹੀ ਹਾਂ ਜਿਸ ਨੂੰ ਲਾ ਕੇ ਤੁਹਾਡਾ ਰੰਗ ਗੋਰਾ ਹੋ ਗਿਆ ਹੈ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ। ਮੈਂ ਕਿਹਾ, ਨਤਾਸ਼ਾ, ਇਹ ਸਭ ਮੈਨੂੰ ਵੀ ਪੁੱਛ ਸਕਦੀ ਸੀ। ਤੈਨੂੰ ਮੇਰੇ ਕਮਰੇ ਦੀ ਤਲਾਸ਼ੀ ਲੈਣ ਦੀ ਕੀ ਜ਼ਰੂਰਤ ਸੀ? ਮੈਂ ਕੋਈ ਕਰੀਮ ਨਹੀਂ ਲਾਉਂਦੀ, ਮੇਰਾ ਰੰਗ ਇਸ ਤਰ੍ਹਾਂ ਦਾ ਹੀ ਹੈ। ਨਤਾਸ਼ਾ ਮੈਨੂੰ ਘੂਰ ਕੇ ਕਮਰੇ ਤੋਂ ਬਾਹਰ ਚਲੀ ਗਈ। ਜਦੋਂ ਮੇਰੇ ਪਤੀ ਸੌਰਵ ਕਮਰੇ ਵਿੱਚ ਆਏ ਤਾਂ ਮੈਂ ਉਹਨਾਂ ਨੂੰ ਨਤਾਸ਼ਾ ਦੀ ਸ਼ਿਕਾਇਤ ਕੀਤੀ। ਉਹ ਕਹਿਣ ਲੱਗਾ ਕਿ ਇਹਨਾਂ ਸਾਰੀਆਂ ਗੱਲਾਂ ਬਾਰੇ ਨਾ ਸੋਚ, ਮੇਰੀ ਭੈਣ ਬਹੁਤ ਜਿੱਦੀ ਹੈ, ਉਹ ਉਹੀ ਕਰਦੀ ਹੈ ਜੋ ਉਸ ਦੇ ਦਿਲ ਵਿੱਚ ਆਉਂਦਾ ਹੈ। ਸੌਰਵ ਕਹਿਣ ਲੱਗਾ, ਜੀਆ, ਮੈਂ ਤੈਨੂੰ ਇੱਕ ਗੱਲ ਦੱਸ ਦੇਵਾਂ ਕਿ ਜੇ ਤੂੰ ਮੇਰੇ ਘਰ ਰਹਿਣਾ ਚਾਹੁੰਦੀ ਹੈ ਤਾਂ ਗਲਤੀ ਨਾਲ ਵੀ ਮੇਰੀ ਭੈਣ ਨਾਲ ਬਦਤਮੀਜ਼ੀ ਨਾ ਕਰੀ। ਮੇਰੇ ਪਤੀ ਦੀਆਂ ਗੱਲਾਂ ਨੇ ਮੇਰੇ ਪੈਰ ਬੰਨ੍ਹ ਦਿੱਤੇ। ਖੈਰ, ਅਗਲੇ ਦਿਨ ਮੇਰੀ ਨਣਦ ਨੇ ਮੇਰੇ ਸਾਰੇ ਕਾਲੇ ਸੂਟ ਲੈ ਲਏ ਅਤੇ ਕਹਿਣਾ ਸ਼ੁਰੂ ਕਰ ਦਿੱਤਾ, ਭਾਬੀ, ਤੁਸੀਂ ਇਸ ਘਰ ਵਿੱਚ ਇਹ ਰੰਗ ਨਹੀਂ ਪਹਿਨ ਸਕਦੇ। ਮੈਂ ਹੈਰਾਨ ਸੀ ਤੇ ਮੈਂ ਕਿਹਾ, ਕਿਉਂ, ਇਸ ਦਾ ਕੀ ਕਾਰਨ ਹੈ? ਨਤਾਸ਼ਾ ਕਹਿਣ ਲੱਗੀ, ਕਿਉਂਕਿ ਤੁਸੀਂ ਕਾਲੇ ਰੰਗ 'ਚ ਬਹੁਤ ਖੂਬਸੂਰਤ ਲੱਗਦੇ ਹੋ। ਤੁਹਾਡੇ ਸਾਹਮਣੇ ਮੇਰਾ ਰੰਗ ਕਾਲੀ ਸਿਆਹੀ ਵਰਗਾ ਲੱਗਦਾ ਹੈ। ਮੈਂ ਉਸ ਕੁੜੀ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਜਾਂਦੀ ਸੀ। ਪਤਾ ਨਹੀਂ ਕਿਉਂ ਉਹ ਮੇਰਾ ਆਪਣੇ ਨਾਲ ਮੁਕਾਬਲਾ ਕਰਦੀ ਸੀ। ਮੈਂ ਆਪਣੇ ਪਤੀ ਨੂੰ ਦੁਬਾਰਾ ਉਸ ਦੀ ਸ਼ਿਕਾਇਤ ਕੀਤੀ। ਸੌਰਵ ਨੇ ਮੈਨੂੰ ਬਹੁਤ ਹੀ ਆਰਾਮ ਨਾਲ ਕਹਿ ਦਿੱਤਾ ਕਿ ਜਿਵੇਂ ਨਤਾਸ਼ਾ ਕਹਿੰਦੀ ਹੈ ਉਵੇਂ ਹੀ ਕਰ ਲੈ। ਮੇਰੇ ਦਿਲ ਵਿੱਚ ਇਹ ਸਵਾਲ ਉੱਠ ਰਿਹਾ ਸੀ ਕਿ ਘੱਟੋ ਘੱਟ ਮੈਨੂੰ ਇਹ ਤਾਂ ਦੱਸੋ ਕਿ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਜਾਂ ਤੁਹਾਡੀ ਭੈਣ ਨਤਾਸ਼ਾ ਨਾਲ। ਪਰ ਮੈਂ ਇਹ ਸਵਾਲ ਪੁੱਛਣ ਦੀ ਹਿੰਮਤ ਨਹੀਂ ਕਰ ਸਕੀ। ਇੰਜ ਹੀ ਮੇਰੇ ਵਿਆਹ ਨੂੰ 2 ਮਹੀਨੇ ਬੀਤ ਚੁੱਕੇ ਸਨ। ਇਹਨਾਂ 2 ਮਹੀਨਿਆਂ ਵਿੱਚ ਮੇਰੇ ਪਤੀ ਨੇ ਮੇਰੇ ਨਾਲ ਖੁੱਲ੍ਹ ਕੇ ਗੱਲ ਨਹੀਂ ਕੀਤੀ ਸੀ। ਉਹ ਮੈਨੂੰ ਆਪਣੀ ਨੌਕਰਾਨੀ ਸਮਝਦਾ ਸੀ। ਮੈਨੂੰ ਕੰਮਾਂ ਦਾ ਹੁਕਮ ਦਿੰਦਾ ਸੀ ਜੋ ਮੈਂ ਚੁੱਪਚਾਪ ਕਰਦੀ ਸੀ। ਮੈਂ ਅਕਸਰ ਸੋਚਦੀ ਸੀ
ਕਿ ਵਿਆਹ ਅਜਿਹਾ ਹੁੰਦਾ ਹੈ ਜਿਸ ਵਿੱਚ ਦੋ ਅਜਨਬੀ ਇੱਕ ਛੱਤ ਹੇਠ ਰਹਿੰਦੇ ਨੇ, ਲੋੜ ਪੈਣ ਤੇ ਵੀ ਕੰਮ ਆਉਂਦੇ ਨੇ, ਪਰ ਫਿਰ ਵੀ ਸਾਰੀ ਜ਼ਿੰਦਗੀ ਅਜਨਬੀ ਰਹਿੰਦੇ ਨੇ। ਤੇ ਮਹੀਨਿਆਂ ਬਾਅਦ ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਮੁਸੀਬਤ ਨੇ ਸਿਰ ਉਠਾ ਲਿਆ। ਉਹ ਹੈ ਮੇਰੀ ਸੱਸ ਨੇ ਮੈਨੂੰ ਕਿਹਾ, ਨੂੰ ਕੋਈ ਚੰਗੀ ਖੁਸ਼ਖਬਰੀ ਹੈ? ਮੈਂ ਉਸ ਦੇ ਬੋਲਣ ਤੇ ਬੋਲੀ, ਨਹੀਂ ਮੰਮੀ ਜੀ, ਅਜੇ ਨਹੀਂ, ਇੰਨੀ ਜਲਦੀ ਖੁਸ਼ਖਬਰੀ ਦੀ ਕੀ ਲੋੜ ਹੈ? ਮੇਰੀ ਸੱਸ ਨੇ ਹੱਸ ਕੇ ਕਿਹਾ, ਤੂੰ ਵੀ ਬਹੁਤ ਵਧੀਆ ਕਿਹਾ ਹੈ। ਮੇਰੀ ਭੈਣ ਦੀ ਨੂੰਹ ਪਹਿਲੇ ਹਫ਼ਤੇ ਵਿੱਚ ਹੀ ਗਰਭਵਤੀ ਹੋ ਗਈ ਸੀ ਅਤੇ ਇੱਕ ਤੂੰ ਹੈ। 2 ਮਹੀਨੇ ਬੀਤਣ ਤੋਂ ਬਾਅਦ ਵੀ ਸੁੱਕੇ ਰੁੱਖ ਵਾਂਗ ਖੜੀ ਐ। ਮੇਰੀ ਸੱਸ ਦੀ ਗੱਲ ਨੇ ਮੇਰਾ ਦਿਲ ਦੁਖਾ ਦਿੱਤਾ ਸੀ। ਕੀ ਇਹ ਸਹੀ ਹੈ? ਉਹਨਾਂ ਨੂੰ ਰੱਬ ਤੋਂ ਡਰ ਨਹੀਂ ਲੱਗਿਆ? ਮੈਂ ਸਿਰ ਹਿਲਾਇਆ। ਹੁਣ ਮੇਰੀ ਸੱਸ ਅਤੇ ਨਨਦ ਮੈਨੂੰ ਉੱਠਦੇ ਬੈਠਦੇ ਤਾਨੇ ਦਿੰਦੀਆਂ ਸੀ। ਸਮਾਂ ਰੇਤ ਦੀ ਤਰ੍ਹਾਂ ਹੱਥ ਵਿੱਚੋਂ ਨਿਕਲ ਰਿਹਾ ਸੀ। 1 ਸਾਲ ਹੋ ਗਿਆ ਸੀ, ਪਰ ਮੈਂ ਅਜੇ ਵੀ ਆਪਣੇ ਪਤੀ ਨੂੰ ਕੋਈ ਖੁਸ਼ਖਬਰੀ ਨਹੀਂ ਦੇ ਸਕੀ ਸੀ। ਸੱਚ ਤਾਂ ਇਹ ਸੀ ਕਿ ਮੇਰਾ ਪਤੀ ਨੇ ਕਦੇ ਮੇਰੇ ਨਾਲ ਬੱਚੇ ਬਾਰੇ ਗੱਲ ਵੀ ਨਹੀਂ ਕੀਤੀ ਸੀ। ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮੇਰੇ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਹੈ। ਮੈਂ ਬੱਚਾ ਦੇ ਸਕੀ ਤਾਂ ਵੀ ਠੀਕ ਹੈ, ਤੇ ਜੇ ਮੈਂ ਨਾ ਦੇ ਸਕੀ ਤਾਂ ਮੇਰੀ ਸੱਸ ਨੇ ਇਸ ਦਾ ਹੱਲ ਪਹਿਲਾਂ ਹੀ ਕੱਢ ਰੱਖਿਆ ਸੀ। ਉਹ ਕਹਿਣ ਲੱਗੀ ਕਿ ਮੈਂ ਤੈਨੂੰ ਕੁਝ ਦਿਨ ਹੀ ਬਰਦਾਸ਼ਤ ਕਰਾਂਗੀ, ਫਿਰ ਮੈਂ ਤੈਨੂੰ ਤਲਾਕ ਦਵਾ ਦੇਵਾਂਗੀ। ਮੈਂ ਇੱਕ ਦਿਨ ਰੋਂਦੀ ਹੋਈ ਨੇ ਆਪਣੇ ਪਤੀ ਨੂੰ ਸੱਸ ਦੀ ਸ਼ਿਕਾਇਤ ਕੀਤੀ ਸੀ ਕਿ ਮੰਮੀ ਜੀ ਨੇ ਇਹ ਗੱਲ ਕਹੀ ਹੈ, ਤੁਹਾਡੇ ਤੋਂ ਮੈਨੂੰ ਉਹ ਤਲਾਕ ਦਵਾ ਦੇਵੇਗੀ। ਸੌਰਵ ਕਹਿਣ ਲੱਗਾ, ਮਾਂ ਦੇ ਕਹਿਣ ਤੇ ਮੈਂ ਤੇਰੇ ਨਾਲ ਵਿਆਹ ਕੀਤਾ ਸੀ, ਜੇਕਰ ਉਹ ਕਹੇਗੀ ਤਾਂ ਮੈਂ ਤੈਨੂੰ ਛੱਡ ਵੀ ਦੇਵਾਂਗਾ। ਮੈਂ ਇਹ ਗੱਲ ਬੜੀ ਮੁਸ਼ਕਲ ਨਾਲ ਬਰਦਾਸ਼ਤ ਕੀਤੀ ਸੀ। ਬਰਦਾਸ਼ਤ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਖੈਰ ਮੇਰੀ ਸੱਸ ਇੰਨੀ ਦਿਨੀ ਬਹੁਤ ਰੁੱਝੀ ਹੋਈ ਸੀ। ਉਹ ਮੇਰੇ ਦਿਓਰ ਗੌਰਵ ਲਈ ਰਿਸ਼ਤਾ ਲੱਭ ਰਹੀ ਸੀ, ਪਰ ਇਹਨਾਂ ਹਾਲਾਤਾਂ ਵਿੱਚ ਵੀ ਉਹ ਉੱਠਣ ਬੈਠਣ ਵੇਲੇ ਮੈਨੂੰ ਤਾਨੇ ਮਾਰਦੀ ਰਹਿੰਦੀ ਸੀ। ਅਕਸਰ ਕਹਿੰਦੀ ਸੀ ਕਿ ਅਜਿਹਾ ਨਾ ਹੋਵੇ ਕਿ ਮੈਂ ਗੌਰਵ ਦੀ ਪਤਨੀ ਜੀਆ ਵਰਗੀ ਬਾਂਝ ਕੁੜੀ ਲੱਭ ਲਵਾਂ। ਮੈਂ ਇਹ ਗੱਲਾਂ ਸੁਣ ਕੇ ਸੋਚਦੀ ਸੀ ਕਿ ਮੈਂ ਸੱਚਮੁੱਚ ਬਾਂਝ ਹਾਂ। ਬੱਚੇ ਵਿੱਚ ਦੇਰੀ ਰੱਬ ਵੱਲੋਂ ਸੀ। ਮੈਂ ਸੋਚਿਆ ਕਿ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਕੇ ਦੇਖ ਲੈਂਦੀ ਹਾਂ, ਕੀ ਪਤਾ ਰੱਬ ਮੈਨੂੰ ਖੁਸ਼ੀਆਂ ਦੇ ਦੇਵੇ। ਮੈਂ ਇਹ ਗੱਲ ਆਪਣੇ ਪਤੀ ਸੌਰਵ ਨੂੰ ਕਹੀ, ਤੁਸੀਂ ਮੈਨੂੰ ਕਿਸੇ ਲੇਡੀਜ਼ ਡਾਕਟਰ ਕੋਲ ਲੈ ਜਾਓ। ਮੇਰਾ ਪਤੀ ਮੈਨੂੰ ਦੇਖ ਕੇ ਬੋਲਿਆ, ਜੀਆ, ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਤੇਰਾ ਇਲਾਜ ਕਰਵਾਉਂਦਾ ਫਿਰਾਂ। ਮੈਂ ਸੁਣਿਆ ਹੈ ਕਿ ਬਾਂਝ ਔਰਤ ਜਿੰਨਾ ਮਰਜ਼ੀ ਇਲਾਜ ਕਰਵਾ ਲਵੇ, ਪਰ ਉਹ ਬੱਚੇ ਪੈਦਾ ਕਰਨ ਦੇ ਕਾਬਿਲ ਨਹੀਂ ਹੋ ਸਕਦੀ। ਮੈਂ ਰੋਣ ਲੱਗ ਪਈ। ਇਹ ਗੱਲ ਮੈਨੂੰ ਮਾਨਸਿਕ ਰੋਗੀ ਬਣਾ ਰਹੀ ਸੀ। ਕੁਝ ਦਿਨਾਂ ਵਿੱਚ ਮੇਰੀ ਸੱਸ ਨੂੰ ਗੌਰਵ ਲਈ ਇੱਕ ਚੰਗੀ ਕੁੜੀ ਲੱਭ ਗਈ ਸੀ। ਮੈਂ ਸੋਚਿਆ ਕੀ ਪਤਾ ਦਰਾਣੀ ਦੇ ਆਉਣ ਤੋਂ ਬਾਅਦ ਮੇਰੇ ਹਾਲਾਤ ਬਦਲ ਜਾਣ। ਇਸੇ ਲਈ ਮੈਂ ਇਸ ਵਿਆਹ ਦੀਆਂ ਤਿਆਰੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ। ਘਰ ਦਾ ਸਾਰਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਅਤੇ ਫਿਰ ਇੱਕ ਦਿਨ ਰੀਆ ਮੇਰੀ ਦਰਾਣੀ ਬਣ ਕੇ ਸਾਡੇ ਘਰ ਆ ਗਈ। ਮੈਂ ਬਹੁਤ ਖੁਸ਼ ਸੀ ਕਿ ਚਲੋ ਸਾਡੀ ਦੋਵਾਂ ਦੀ ਚੰਗੀ ਦੋਸਤੀ ਹੋ ਜਾਵੇਗੀ, ਪਰ ਇਹ ਮੇਰੀ ਗਲਤਫਹਿਮੀ ਸਾਬਤ ਹੋਈ ਸੀ ਕਿਉਂਕਿ ਰੀਆ ਬਹੁਤ ਪੜ੍ਹੀ ਲਿਖੀ ਸੀ। ਉਹ ਆਪਣੇ ਕੰਮ ਨਾਲ ਕੰਮ ਰੱਖਦੀ ਸੀ, ਕਿਸੇ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ। ਮੈਂ ਹੀ ਆਨੇ ਬਹਾਨੇ ਨਾਲ ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ, ਪਰ ਉਸਨੇ ਕੋਈ ਖਾਸ ਜਵਾਬ ਨਹੀਂ ਦਿੱਤਾ। ਦਰਅਸਲ ਰੀਆ ਆਪਣੇ ਲਈ ਜਗ੍ਹਾ ਲੱਭ ਰਹੀ ਸੀ। ਮੇਰੀ ਨਨਦ ਨਤਾਸ਼ਾ ਵੀ ਰੀਆ ਨਾਲ ਬਹੁਤ ਚੰਗੀ ਸੀ। ਉਸਨੇ ਰੀਆ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਲਗਾਈ ਕਿ ਤੁਸੀਂ ਇਹ ਰੰਗ ਨਹੀਂ ਪਹਿਨੋਗੇ। ਰੀਆ ਦੇ ਵਿਆਹ ਨੂੰ 4 ਹਫ਼ਤੇ ਹੀ ਹੋਏ ਸਨ ਕਿ ਉਸ ਦਾ ਜੀ ਮਚਲਣ ਲੱਗਾ, ਤੇ ਇਹ ਸਭ ਦੇਖ ਕੇ ਮੈਂ ਅੰਦਰੋਂ ਅੰਦਰੀ ਡਰ ਗਈ ਕਿ ਅਜਿਹਾ ਨਾ ਹੋਵੇ ਕਿ ਰੀਆ ਗਰਭਵਤੀ ਹੋ ਜਾਵੇ। ਜੇ ਉਹ ਗਰਭਵਤੀ ਹੋ ਗਈ ਤਾਂ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਜਾਵੇਗੀ। ਇੱਕ ਦਿਨ ਰੀਆ ਚੱਕਰ ਖਾ ਕੇ ਡਿੱਗ ਪਈ। ਉਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ
ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ ਅਤੇ ਇਹ ਖਬਰ ਮੇਰੇ ਤੇ ਬਿਜਲੀ ਬਣ ਕੇ ਡਿੱਗੀ। ਉਸ ਦਿਨ ਤੋਂ ਬਾਅਦ ਮੇਰੀ ਸੱਸ ਮੈਨੂੰ ਕੋਸਣ ਦਾ ਬਹਾਨਾ ਮਿਲ ਗਿਆ ਸੀ। ਉਹ ਮੈਨੂੰ ਉੱਠਦੀ ਬੈਠਦੀ ਬਾਂਝਪਨ ਦੇ ਤਾਨੇ ਮਾਰਦੀ ਰਹਿੰਦੀ ਸੀ। ਇੰਨਾ ਹੀ ਨਹੀਂ, ਮੇਰੀ ਜਵਾਨ ਨਨਾਣ ਵੀ ਮੈਨੂੰ ਤਾਨੇ ਮਾਰਨ ਤੋਂ ਪਿੱਛੇ ਨਹੀਂ ਰਹਿੰਦੀ ਸੀ। ਮੈਂ ਹੈਰਾਨ ਸੀ ਕਿ ਉਹ ਕਿਹੋ ਜਿਹੀ ਕੁੜੀ ਹੈ ਜਿਸ ਨੂੰ ਡਰ ਵੀ ਨਹੀਂ ਲੱਗਦਾ ਕਿ ਮੇਰੇ ਕੱਢੇ ਬੋਲ ਮੇਰੇ ਅੱਗੇ ਨਾ ਆ ਜਾਣ। ਜਦੋਂ ਰਾਤ ਹੋਈ ਤਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਸੀ। ਮੇਰਾ ਦਿਲ ਅੰਦਰੋਂ ਬਹੁਤ ਰੋ ਰਿਹਾ ਸੀ। ਉਦੋਂ ਹੀ ਮੇਰੀ ਦਰਾਣੀ ਮੇਰੇ ਕਮਰੇ ਵਿੱਚ ਆ ਗਈ। ਅਜਿਹਾ ਪਹਿਲੀ ਵਾਰ ਹੋਇਆ ਸੀ। ਇਸ ਤੋਂ ਪਹਿਲਾਂ ਕਦੇ ਵੀ ਉਹ ਮੇਰੇ ਕਮਰੇ ਵਿੱਚ ਨਹੀਂ ਆਈ ਸੀ। ਉਸ ਦੀਆਂ ਅੱਖਾਂ ਨਮ ਸਨ। ਮੈਂ ਜਲਦੀ ਉੱਠ ਕੇ ਬੈਠ ਗਈ। ਮੈਂ ਕਿਹਾ, ਕੀ ਗੱਲ ਹੈ ਰੀਆ, ਸਭ ਠੀਕ ਤਾਂ ਹੈ ਨਾ? ਤੇਰੀ ਤਬੀਅਤ ਠੀਕ ਹੈ? ਉਹ ਰੋਂਦੀ ਹੋਈ ਬੋਲੀ, ਕੀ ਮੈਂ ਤੈਨੂੰ ਦੀਦੀ ਕਹਿ ਸਕਦੀ ਹਾਂ? ਮੈਂ ਇਸ ਗੱਲ ਤੇ ਸਿਰ ਹਿਲਾ ਦਿੱਤਾ ਤੇ ਕਿਹਾ, ਇਸ ਵਿੱਚ ਪੁੱਛਣ ਵਾਲੀ ਕੀ ਗੱਲ ਹੈ? ਤੂੰ ਮੈਨੂੰ ਬਿਲਕੁਲ ਦੀਦੀ ਕਹਿ ਸਕਦੀ ਹੈ। ਰੀਆ ਕਹਿਣ ਲੱਗੀ, ਦੀਦੀ ਮੈਂ ਦੇਖ ਰਹੀ ਹਾਂ ਜਦੋਂ ਦਾ ਘਰ ਵਿੱਚ ਪਤਾ ਲੱਗਿਆ ਹੈ ਕਿ ਮੈਂ ਗਰਭਵਤੀ ਹਾਂ, ਉਦੋਂ ਤੋਂ ਤੁਹਾਡੀ ਜ਼ਿੰਦਗੀ ਤੰਗ ਕਰ ਰੱਖੀ ਹੈ। ਮੈਂ ਖੁਦ ਨੂੰ ਤੁਹਾਡਾ ਦੋਸ਼ੀ ਮਹਿਸੂਸ ਕਰਨ ਲੱਗੀ ਹਾਂ। ਮੈਂ ਕਿਹਾ, ਨਹੀਂ, ਤੂੰ ਕਿਹੋ ਜਿਹੀ ਗੱਲ ਕਰ ਰਹੀ ਹੈ? ਬੱਚੇ ਦੇਣਾ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ। ਪਰਮਾਤਮਾ ਜਿਸ ਨੂੰ ਚਾਹੇ ਉਸ ਨੂੰ ਦੇਵੇ, ਜਿਸ ਨੂੰ ਨਾ ਚਾਹੇ ਉਸ ਨੂੰ ਨਾ ਦੇਵੇ। ਉਸ ਦੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਚੱਲਦੀ ਨਾ। ਆਪਣੇ ਦਿਲ ਵਿੱਚ ਇਹ ਬਿਲਕੁਲ ਵੀ ਨਾ ਸੋਚਣਾ ਕਿ ਤੂੰ ਮੇਰੀ ਗੁਨਾਹਗਾਰ ਹੈ। ਉਸਨੇ ਇੱਧਰ ਉੱਧਰ ਦੇਖਿਆ ਤਾਂ ਫਿਰ ਹੌਲੀ ਹੌਲੀ ਕਿਹਾ, ਦੀਦੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਲੋਕ ਜੋ ਹੁਣ ਮੇਰੇ ਗਰਭਵਤੀ ਹੋਣ ਤੇ ਖੁਸ਼ ਹੋ ਰਹੇ ਨੇ, ਜਿਸ ਦਿਨ ਮੈਂ ਬੱਚਾ ਪੈਦਾ ਕਰਾਂਗੀ ਉਸ ਦਿਨ ਇਹ ਲੋਕ ਮੈਨੂੰ ਇਸ ਘਰ ਤੋਂ ਧੱਕੇ ਮਾਰ ਕੇ ਕੱਢ ਦੇਣਗੇ। ਮੈਂ ਪਰੇਸ਼ਾਨ ਹੋ ਗਈ। ਮੈਂ ਕਿਹਾ, ਬੁਰੀ ਗੱਲ ਹੈ, ਰੱਬ ਨਾ ਕਰੇ ਤੇਰੇ ਤੇ ਅਜਿਹਾ ਦਿਨ ਕਦੇ ਵੀ ਆਵੇ। ਰੱਬ ਸਭ ਭਲਾ ਕਰੇਗਾ। ਉਹ ਮੇਰੀ ਗੱਲ ਸੁਣ ਕੇ ਮੁਸਕਰਾਈ ਅਤੇ ਉੱਠ ਕੇ ਮੇਰੇ ਕਮਰੇ 'ਚੋਂ ਬਾਹਰ ਚਲੀ ਗਈ। ਕੁਝ ਸਮੇਂ ਬਾਅਦ ਸੌਰਵ ਕਮਰੇ ਵਿੱਚ ਆਇਆ। ਉਹ ਬਹੁਤ ਬੇਚੈਨ ਲੱਗ ਰਹੇ ਸੀ। ਕਮਰੇ ਵਿੱਚ ਇੱਧਰ ਉੱਧਰ ਟਹਿਲ ਰਹੇ ਸਨ। ਪਹਿਲਾਂ ਕਦੇ ਮੈਂ ਉਹਨਾਂ ਨੂੰ ਇੰਨਾ ਪਰੇਸ਼ਾਨ ਨਹੀਂ ਦੇਖਿਆ ਸੀ। ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋਣ, ਪਰ ਉਹਨਾਂ ਨੂੰ ਕੋਈ ਸ਼ਬਦ ਨਹੀਂ ਮਿਲ ਰਹੇ। ਮੈਂ ਆਪ ਹੀ ਅੱਗੇ ਵੱਧ ਕੇ ਕਿਹਾ ਕਿ ਕੀ ਗੱਲ ਹੈ ਸੌਰਵ, ਤੁਸੀਂ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ? ਮੇਰੀ ਗੱਲ ਸੁਣ ਕੇ ਉਹਨਾਂ ਨੂੰ ਕੁਝ ਹਿੰਮਤ ਮਿਲੀ। ਉਹਨਾਂ ਨੇ ਕਿਹਾ, ਹਾਂ, ਮੈਂ ਤੈਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਗੌਰਵ ਦੀ ਪਤਨੀ ਹੁਣ ਤੇਰੇ ਕੋਲ ਕਿਉਂ ਆਈ ਸੀ? ਮੈਂ ਕਿਹਾ, ਬਸ ਵੈਸੇ ਹੀ ਮੇਰੇ ਨਾਲ ਗੱਲਾਂ ਕਰ ਰਹੀ ਸੀ। ਸੌਰਵ ਝੱਟ ਮੇਰੇ ਕੋਲ ਆ ਕੇ ਬੈਠ ਗਿਆ। ਕਿਹਾ, ਅੱਛਾ, ਕੀ ਗੱਲ ਕਰ ਰਹੀ ਸੀ? ਅੱਜ ਤੱਕ ਮੈਂ ਉਹਨਾਂ ਨੂੰ ਕਿਸੇ ਵਿੱਚ ਇੰਨੀ ਦਿਲਚਸਪੀ ਲੈਂਦੇ ਨਹੀਂ ਦੇਖਿਆ ਸੀ। ਮੈਂ ਕਿਹਾ, ਕੁਝ ਨਹੀਂ। ਉਹ ਫਿਰ ਕਹਿਣ ਲੱਗੇ, ਇੱਕ ਗੱਲ ਦੱਸ ਮੈਨੂੰ, ਤੁਹਾਡੇ ਦੋਨਾਂ ਵਿਚਕਾਰ ਕੀ ਗੱਲਾਂ ਹੋਈਆਂ ਸੀ? ਮੈਨੂੰ ਹੁਣ ਸੌਰਵ ਤੇ ਗੁੱਸਾ ਆ ਰਿਹਾ ਸੀ। ਉਹ ਮੇਰੇ ਵਿੱਚ ਕਦੇ ਇੰਨੀ ਦਿਲਚਸਪੀ ਨਹੀਂ ਲੈਂਦਾ ਸੀ। ਮੈਂ ਕਿਹਾ, ਬਸ ਉਹ ਆਪਣੇ ਗਰਭਵਤੀ ਹੋਣ ਬਾਰੇ ਗੱਲ ਕਰ ਰਹੀ ਸੀ। ਸੌਰਵ ਦਾ ਚਿਹਰਾ ਫਿੱਕਾ ਪੈ ਗਿਆ। ਉਹ ਬੋਲਿਆ, ਕਿਵੇਂ ਦੀਆਂ ਗੱਲਾਂ? ਮਤਲਬ ਕਿ ਗਰਭਵਤੀ ਹੋਣ ਬਾਰੇ ਕੀ ਗੱਲ ਕਰ ਰਹੀ ਸੀ? ਉਹ ਸਵਾਲ ਤੋਂ ਬਾਅਦ ਸਵਾਲ ਪੁੱਛੀ ਜਾ ਰਹੇ ਸਨ। ਮੈਂ ਗੁੱਸੇ ਵਿੱਚ ਕਿਹਾ ਕਿ ਇਹ ਸਾਡੀ ਔਰਤਾਂ ਦੀਆਂ ਗੱਲਾਂ ਨੇ, ਤੁਸੀਂ ਮਰਦ ਇਸ ਤੋਂ ਦੂਰ ਰਹੋ। ਮੈਂ ਜਲਦੀ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਆ ਗਈ। ਸੌਰਵ ਦਾ ਇਹ ਵਿਵਹਾਰ ਬੜਾ ਅਜੀਬ ਸੀ। ਰੀਆ ਦੀਆਂ ਗੱਲਾਂ ਵੀ ਮੈਨੂੰ ਅਜੀਬ ਲੱਗ ਰਹੀਆਂ ਸੀ, ਪਰ ਦੋਵਾਂ ਦੀਆਂ ਗੱਲਾਂ ਪਿੱਛੇ ਲੁਕਿਆ ਰਾਜ ਮੈਨੂੰ ਚੇਤਾਵਨੀ ਦੇ ਰਿਹਾ ਸੀ। ਦੂਜੇ ਪਾਸੇ ਮੇਰੀ ਸੱਸ ਰੀਆ ਦੀ ਤਾਰੀਫ ਕਰਦੀ ਨਹੀਂ ਥੱਕਦੀ ਸੀ, ਜਦ ਕਿ ਗੌਰਵ ਵੀ ਕਾਫੀ ਖੁਸ਼ ਸੀ ਕਿ ਉਹ ਆਪਣੀ ਪਤਨੀ ਲਈ ਵੱਖ-ਵੱਖ ਕਿਸਮਾਂ ਦੇ ਫਲ ਲਿਆਉਂਦਾ ਸੀ। ਅਤੇ ਇਹ ਸਭ ਦੇਖ ਕੇ ਮੇਰੇ ਦਿਲ ਵਿੱਚ ਚਾਹਤ ਰਹਿ ਜਾਂਦੀ ਸੀ। ਅਕਸਰ ਮਨ ਵਿੱਚ ਆਉਂਦਾ ਕਿ ਰੱਬਾ, ਇੱਥੇ ਕਿਸ ਚੀਜ਼ ਦੀ ਕਮੀ ਹੈ? ਜੇ ਉਹ ਮੇਰੀ ਦਰਾਣੀ ਨੂੰ ਬੱਚਾ ਦੇ ਸਕਦਾ ਹੈ ਤਾਂ ਮੈਨੂੰ ਕਿਉਂ ਨਹੀਂ ਦੇ ਸਕਦਾ? ਮੈਂ ਇਹਨਾਂ ਗੱਲਾਂ ਬਾਰੇ ਸੋਚ ਰਹੀ ਸੀ ਜਦੋਂ ਸੌਰਵ ਨਾਸ਼ਤੇ ਲਈ ਰਸੋਈ ਵਿੱਚ ਆਇਆ। ਉਸ ਨੇ ਕਿਹਾ, ਕੀ ਸੋਚ ਰਹੀ ਹੈ? ਮੈਂ ਬੋਲੀ,
ਮੈਂ ਸੋਚ ਰਹੀ ਸੀ ਕਿ ਇਸ ਵਾਰ ਮੈਨੂੰ ਖੁਦ ਡਾਕਟਰ ਕੋਲ ਜਾਣਾ ਚਾਹੀਦਾ ਹੈ। ਤੈਨੂੰ ਨਹੀਂ ਕਹਾਂਗੀ ਕਿ ਤੁਸੀਂ ਮੇਰੇ ਨਾਲ ਚੱਲੋ। ਮੇਰੀ ਗੱਲ ਸੁਣ ਕੇ ਸੌਰਵ ਨੇ ਮੁਸਕਰਾ ਕੇ ਕਿਹਾ, ਜੀਆ ਤੂੰ ਅਜੇ ਵੀ ਨਹੀਂ ਸਮਝੀ। ਰੀਆ ਦੇ ਗਰਭਵਤੀ ਹੋ ਜਾਣ ਤੋਂ ਬਾਅਦ ਤਾਂ ਤੈਨੂੰ ਆਪਣੇ ਬਾਝਪਨ ਦਾ ਯਕੀਨ ਹੋ ਜਾਣਾ ਚਾਹੀਦਾ ਸੀ। ਹੁਣ ਤੱਕ ਪਤਾ ਨਹੀਂ ਕਿਸ ਗਲਤਫਹਿਮੀ ਵਿੱਚ ਬੈਠੀ ਏ। ਮੈਂ ਇਹ ਸਾਰੀਆਂ ਗੱਲਾਂ ਸੁਣ ਕੇ ਥੱਕ ਗਈ ਸੀ। ਪਹਿਲਾਂ ਬਹੁਤ ਰੋਇਆ ਕਰਦੀ ਸੀ ਪਰ ਹੁਣ ਰੋਣਾ ਵੀ ਨਹੀਂ ਆਉਂਦਾ ਸੀ। ਸੌਰਵ ਨਾਸ਼ਤਾ ਕਰਕੇ ਜਾ ਚੁੱਕਾ ਸੀ। ਥੋੜੀ ਦੇਰ ਬਾਅਦ ਰੀਆ ਰਸੋਈ ਵਿੱਚ ਆਈ। ਉਸਨੇ ਕਿਹਾ, ਦੀਦੀ ਮੈਨੂੰ ਬਹੁਤ ਭੁੱਖ ਲੱਗੀ ਹੈ। ਮੈਂ ਕਿਹਾ ਤੂੰ ਬੈਠ, ਮੈਂ ਤੇਰੇ ਲਈ ਨਾਸ਼ਤਾ ਬਣਾਉਂਦੀ ਹਾਂ। ਉਹ ਮੇਰੀ ਬਹੁਤ ਇੱਜ਼ਤ ਕਰਨ ਲੱਗ ਗਈ ਸੀ। ਜਦੋਂ ਦਾ ਮੇਰੀ ਸੱਸ ਨੂੰ ਪਤਾ ਲੱਗਾ ਸੀ ਕਿ ਰੀਆ ਗਰਭਵਤੀ ਹੈ, ਉਦੋਂ ਤੋਂ ਮੇਰੀ ਸੱਸ ਨੇ ਉਸ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ। ਇੱਥੋਂ ਤੱਕ ਕਿ ਨਾਸ਼ਤਾ ਵੀ ਉਹ ਆਪ ਹੀ ਬਣਾ ਦਿੰਦੀ ਸੀ। ਉਹ ਨਾਸ਼ਤਾ ਕਰਨ ਲੱਗੀ ਤੇ ਬੋਲੀ, ਦੀਦੀ ਤੁਹਾਡੇ ਪਰਿਵਾਰ ਦੇ ਮੈਂਬਰ ਕਿੱਥੇ ਨੇ? ਉਹ ਤੁਹਾਨੂੰ ਮਿਲਣ ਕਿਉਂ ਨਹੀਂ ਆਉਂਦੇ? ਰੀਆ ਦੀਆਂ ਗੱਲਾਂ ਸੁਣ ਕੇ ਨਾ ਚਾਹੁੰਦੇ ਹੋਏ ਵੀ ਮੇਰੀਆਂ ਪਲਕਾਂ ਗਿੱਲੀਆਂ ਹੋ ਗਈਆਂ। ਮੈਂ ਕਿਹਾ, ਰੀਆ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ। ਮੇਰਾ ਕੋਈ ਭਰਾ ਜਾਂ ਭੈਣ ਨਹੀਂ ਸੀ। ਹੁਣ ਮੇਰਾ ਵਿਆਹ ਹੋਇਆ ਅਤੇ ਕੁਝ ਦਿਨਾਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਹੁਣ ਮੇਰੀ ਮਾਂ ਦੀ ਵੀ ਦੇਹਾਂਤ ਹੋ ਗਿਆ ਹੈ। ਮੇਰੇ ਪੇਕੇ ਨਹੀਂ ਹਨ। ਮੈਨੂੰ ਪਤਾ ਹੈ ਕਿ ਮੇਰੀ ਸੱਸ ਨੇ ਮੈਨੂੰ ਆਪਣੇ ਪੁੱਤਰ ਲਈ ਪਸੰਦ ਵੀ ਇਸ ਲਈ ਕੀਤਾ ਸੀ ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਹੁਣ ਦੇਖ ਇਹ ਲੋਕ ਮੇਰੇ ਨਾਲ ਕਿਹੋ ਜਿਹਾ ਸਲੂਕ ਕਰ ਰਹੇ ਨੇ। ਜੇ ਮੇਰੇ ਅੱਗੇ ਪਿੱਛੇ ਕੋਈ ਹੁੰਦਾ ਤਾਂ ਅੱਜ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ। ਰੀਆ ਮੇਰੀ ਗੱਲ ਸੁਣ ਕੇ ਬਹੁਤ ਉਦਾਸ ਹੋ ਗਈ। ਮੈਂ ਕਿਹਾ, ਰੀਆ ਰੱਬ ਦਾ ਸ਼ੁਕਰ ਹੈ ਤੂੰ ਗਰਭਵਤੀ ਹੋ ਗਈ, ਨਹੀਂ ਤਾਂ ਤੈਨੂੰ ਵੀ ਇਹ ਸਭ ਭੁਗਤਣਾ ਪੈਂਦਾ ਜਿਸ ਵਿੱਚੋਂ ਮੈਂ ਗੁਜ਼ਰੀ ਹਾਂ। ਰੀਆ ਦੀਆਂ ਅੱਖਾਂ ਵਿੱਚ ਬਹੁਤ ਉਦਾਸੀ ਛਾ ਗਈ ਸੀ। ਉਹ ਕਹਿੰਦੀ, ਕੀ ਹੋਇਆ? ਜੇ ਹੁਣ ਮੈਂ ਉਹ ਦਰਦ ਨਹੀਂ ਝੱਲੇ ਜਿਸ ਵਿੱਚੋਂ ਤੁਸੀਂ ਲੰਘ ਰਹੇ ਹੋ, ਜਦੋਂ ਮੈਂ ਬੱਚੇ ਨੂੰ ਜਨਮ ਦੇਵਾਂਗੀ ਤਾਂ ਫਿਰ ਤੁਸੀਂ ਦੇਖਣਾ ਕਿ ਇਹ ਲੋਕ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਦੇ ਨੇ। ਮੈਂ ਰੀਆ ਨੂੰ ਕਿਹਾ ਕਿ ਮੈਨੂੰ ਦੱਸ ਤੂੰ ਅਜਿਹੀਆਂ ਗੱਲਾਂ ਕਿਉਂ ਕਰਦੀ ਹੈ? ਮੈਨੂੰ ਲੱਗਦਾ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਤੂੰ ਇਸ ਘਰ ਦੀ ਲਾਡਲੀ ਨੂੰਹ ਬਣ ਜਾਵੇਂਗੀ। ਉਹ ਹੱਸ ਕੇ ਬੋਲੀ, ਤੁਹਾਨੂੰ ਕੋਈ ਮਾੜਾ ਸੁਪਨਾ ਆਇਆ ਹੈ। ਇਹ ਕਹਿ ਕੇ ਉਹ ਚਲੀ ਗਈ। ਰਾਤ ਹੋਈ ਤਾਂ ਉਹ ਫਿਰ ਮੇਰੇ ਕਮਰੇ ਵਿੱਚ ਆਈ, ਹੱਥ ਜੋੜ ਕੇ ਮੇਰੇ ਕੋਲੋਂ ਮਾਫੀ ਮੰਗਦੀ ਰਹੀ ਤੇ ਰੋਂਦੀ ਰਹੀ। ਮੈਨੂੰ ਨਹੀਂ ਪਤਾ ਕਿ ਉਹ ਇਹ ਸਭ ਕਿਉਂ ਕਰ ਰਹੀ ਸੀ, ਪਰ ਸਮਾਂ ਬੀਤਦਾ ਗਿਆ ਤੇ ਉਸ ਦਾ ਪੇਟ ਫੁੱਲਣਾ ਲੱਗ ਗਿਆ। ਉਸ ਦੀ ਡਿਲੀਵਰੀ ਦੇ ਦਿਨ ਨੇੜੇ ਆ ਰਹੇ ਸਨ, ਇਸ ਲਈ ਉਹ ਬਹੁਤ ਪਰੇਸ਼ਾਨ ਰਹਿੰਦੀ ਸੀ। ਇੱਕ ਦਿਨ ਸਵੇਰ ਤੋਂ ਹੀ ਉਸ ਦੀ ਹਾਲਤ ਬਹੁਤ ਖਰਾਬ ਸੀ। ਫਿਰ ਮੇਰੀ ਦਰਾਣੀ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਸੀ। ਉਸ ਦੇ ਦੁੱਖ ਭਰੇ ਸਾਹਾਂ ਦੀ ਆਵਾਜ਼ ਬਾਹਰ ਸੁਣਾਈ ਦੇ ਰਹੀ ਸੀ। ਮੇਰੀ ਸੱਸ ਤਾਂ ਤੜਫ ਉੱਠੀ ਸੀ। ਦਰਵਾਜ਼ਾ ਖੜਕਾਉਣ ਲੱਗੀ, ਨੂੰ ਦਰਵਾਜ਼ਾ ਖੋਲ, ਤੈਨੂੰ ਡਾਕਟਰ ਕੋਲ ਲੈ ਚੱਲੀਏ। ਪਰ ਰੀਆ ਨੇ ਕਿਹਾ, ਨਹੀਂ ਮੰਮੀ, ਮੈਂ ਆਪਣੀ ਡਿਲੀਵਰੀ ਖੁਦ ਕਰ ਲਵਾਂਗੀ। ਉਸ ਦੀ ਗੱਲ ਸੁਣ ਕੇ ਮੇਰੀ ਸੱਸ ਤੜਫ ਉੱਠੀ ਤੇ ਕਹਿਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਬਚਪਨ ਅਤੇ ਜਿੱਦ ਹੈ। ਅਜਿਹਾ ਨਾ ਹੋਵੇ ਕਿ ਅਸੀਂ ਆਪਣੇ ਵਾਰਸ ਨੂੰ ਗਵਾ ਲਈਏ। ਤਾਂ ਮੇਰੀ ਸੱਸ ਨੇ ਕਿਹਾ, ਠੀਕ ਹੈ, ਮੈਂ ਦਾਈ ਨੂੰ ਬੁਲਾ ਲਿਆਂਦੀ ਹਾਂ। ਫਿਰ ਰੀਆ ਨੇ ਨਾ ਕਰ ਦਿੱਤੀ। ਉਸਨੇ ਕਿਹਾ, ਤੁਸੀਂ ਬਸ ਜੀਆ ਦੀਦੀ ਨੂੰ ਮੇਰੇ ਕੋਲ ਭੇਜ ਦਿਓ। ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ ਮੈਨੂੰ ਇਸ ਬਾਰੇ ਕੁਝ ਵੀ ਸਮਝ ਨਹੀਂ ਸੀ। ਮੈਂ ਰੀਆ ਦੀ ਮਦਦ ਕਿਵੇਂ ਕਰ ਸਕਦੀ ਸੀ। ਮੇਰੀ ਸੱਸ ਨੇ ਮੈਨੂੰ ਜ਼ਬਰਦਸਤੀ ਅੰਦਰ ਭੇਜ ਦਿੱਤਾ। ਅੰਦਰ ਜਾ ਕੇ ਮੇਰੇ ਹੋਸ਼ ਉੱਡ ਗਏ। ਰੀਆ ਕੰਬਲ ਵਿੱਚ ਬੱਚੇ ਨੂੰ ਲੈ ਕੇ ਬੈਠੀ ਰੋ ਰਹੀ ਸੀ। ਮੈਨੂੰ ਕਹਿਣ ਲੱਗੀ, ਦੀਦੀ ਇਸ ਬੱਚੇ ਨੂੰ ਲੈ ਕੇ ਭੱਜ ਜਾਓ। ਮੈਂ ਕਿਹਾ, ਮੈਂ ਕਿੱਥੇ ਜਾਵਾਂਗੀ? ਕੀ ਤੂੰ ਪਾਗਲ ਹੋ ਗਈ ਹੈ? ਫਿਰ ਉਹ ਮੈਨੂੰ ਬੇਨਤੀ ਕਰਨ ਲੱਗ ਪਈ। ਮੈਂ ਕਿਹਾ, ਠੀਕ ਹੈ, ਪਰ ਮੈਨੂੰ ਦੱਸ, ਮੇਰਾ ਕੋਈ ਨਹੀਂ ਹੈ, ਮੈਂ ਕਿੱਥੇ ਜਾਵਾਂਗੀ? ਰੀਆ ਨੇ ਮੈਨੂੰ ਲਿਖਤੀ ਰੂਪ ਵਿੱਚ ਇੱਕ ਪਤਾ ਦਿੱਤਾ ਤੇ ਮੈਂ ਉਸ ਦਾ ਬੱਚਾ ਲੈ ਕੇ ਉੱਥੇ ਚਲੀ ਗਈ। ਮੈਨੂੰ ਨਹੀਂ ਪਤਾ ਕਿ ਮੇਰੇ ਪਿੱਛੇ ਕੀ ਹੋਇਆ ਹੋਵੇਗਾ ਤੇ ਮੈਂ ਉਸ ਬੱਚੇ ਨੂੰ ਲੈ ਕੇ ਬੜੀ ਹੁਸ਼ਿਆਰੀ ਨਾਲ ਅੱਗੇ ਵਧ ਰਹੀ ਸੀ। ਆਖਿਰ ਉਹ ਪਤਾ ਵੀ ਆ ਗਿਆ ਜਿੱਥੇ ਮੈਂ ਪਹੁੰਚਣਾ ਸੀ।
मैं दरवाज़ा खड़काया ਤਾਂ ਇੱਕ ਆਦਮੀ ਦੇ ਦਰਵਾਜ਼ਾ ਖੋਲ੍ਹਿਆ। ਉਹ ਮੈਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਤੇ ਕਿਹਾ, ਤੁਸੀਂ ਤਾਂ ਰੀਆ ਦੀ ਜਠਾਣੀ ਹੋ ਨਾ। ਮੈਂ ਇਸ ਤੇ ਆਪਦਾ ਸਿਰ ਹਿਲਾ ਦਿੱਤਾ। ਉਸਨੇ ਕਿਹਾ, ਆਓ ਆਓ। ਉਹ ਮੈਨੂੰ ਆਪਣੇ ਨਾਲ ਘਰ ਦੇ ਅੰਦਰ ਲੈ ਗਿਆ। ਰੀਆ ਦੀ ਮਾਂ, ਭੈਣ ਅਤੇ ਭਰਾ ਸਾਰੇ ਉੱਥੇ ਹੀ ਸਨ ਤੇ ਉਸ ਦੀ ਮਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੀ ਗੋਦੀ ਵਿੱਚ ਕੀ ਹੈ? ਤਾਂ ਮੈਂ ਕਿਹਾ, ਰੀਆ ਦਾ ਬੱਚਾ ਹੈ। ਉਸਨੇ ਅੱਜ ਹੀ ਬੱਚੇ ਨੂੰ ਜਨਮ ਦਿੱਤਾ ਹੈ। ਇਹ ਸੁਣ ਕੇ ਰੀਆ ਦੇ ਮਾਤਾ ਪਿਤਾ ਅਤੇ ਭੈਣ ਭਰਾ ਬਹੁਤ ਖੁਸ਼ ਹੋਏ। ਉਸ ਦੀ ਮਾਂ ਨੇ ਤੇਜ਼ੀ ਨਾਲ ਅੱਗੇ ਵੱਧ ਕੇ ਬੱਚੇ ਦੇ ਮੂੰਹ ਤੋਂ ਕੰਬਲ ਹਟਾ ਦਿੱਤਾ। ਅਸੀਂ ਸਾਰੇ ਇਹ ਦੇਖ ਕੇ ਦੰਗ ਰਹਿ ਗਏ ਕਿ ਉੱਥੇ ਬੱਚਾ ਨਹੀਂ ਬਲਕਿ ਮੇਰੇ ਪਤੀ ਦਾ। ਅਸੀਂ ਸਾਰੇ ਹੈਰਾਨ ਸੀ। ਹਰ ਕੋਈ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ ਤੇ ਰੀਆ ਦੀ ਮਾਂ ਨੇ ਮੈਨੂੰ ਕਿਹਾ, ਬੇਟਾ ਤੂੰ ਸਾਡੇ ਨਾਲ ਏਡਾ ਵੱਡਾ ਝੂਠ ਕਿਉਂ ਬੋਲਿਆ? ਮੈਂ ਰੋਣ ਲੱਗ ਪਈ। ਮੈਂ ਕਿਹਾ, ਆਂਟੀ ਮੈਂ ਤੁਹਾਨੂੰ ਕੋਈ ਝੂਠ ਨਹੀਂ ਬੋਲਿਆ ਬਲਕਿ ਐਵੇਂ ਦਾ ਮਜ਼ਾਕ ਰੀਆ ਨੇ ਮੇਰੇ ਨਾਲ ਕੀਤਾ ਹੈ। ਆਂਟੀ ਰੀਆ ਕਹਿਣ ਲੱਗੀ ਕਿ ਤੁਸੀਂ ਵੈਸੇ ਵੀ ਬਾਂਝ ਹੋ, ਫਿਰ ਤੁਸੀਂ ਇਸ ਤਰ੍ਹਾਂ ਕਰੋ, ਮੇਰੇ ਬੱਚੇ ਨੂੰ ਲੈ ਕੇ ਘਰੋਂ ਭੱਜ ਜਾਓ। ਪਰ ਵੇਖੋ ਇੱਥੇ ਕੋਈ ਬੱਚਾ ਨਹੀਂ ਹੈ। ਫਿਰ ਰੀਆ ਦੀ ਭੈਣ ਨੇ ਅੱਗੇ ਹੋ ਕੇ ਕਿਹਾ, ਰੀਆ ਤੁਹਾਡੇ ਨਾਲ ਮਜ਼ਾਕ ਨਹੀਂ ਕਰ ਸਕਦੀ। ਕੋਈ ਨਾ ਕੋਈ ਰਾਜ ਦੀ ਗੱਲ ਜ਼ਰੂਰ ਇਸ ਕੰਬਲ ਵਿੱਚ ਛੁਪੀ ਹੈ। ਜੇ ਇਸ ਕੰਬਲ ਵਿੱਚ ਕੋਈ ਬੱਚਾ ਨਹੀਂ ਹੈ ਤਾਂ ਕੀ ਹੋਵੇਗਾ? ਉਸ ਨੇ ਦੇਖਿਆ ਤਾਂ ਉਹ ਬੋਲੀ, ਤੁਹਾਡੇ ਪਤੀ ਦੇ ਨਾਂ ਤੇ ਡਾਕਟਰ ਦੀ ਰਿਪੋਰਟ ਹੈ। ਮੈਂ ਨਿਰਾਸ਼ ਸੀ। ਮੈਂ ਕਿਹਾ, ਮੈਂ ਸੌਰਵ ਦੀ ਡਾਕਟਰ ਰਿਪੋਰਟ ਦਾ ਕੀ ਕਰਨਾ ਹੈ? ਫਿਰ ਰੀਆ ਦੀ ਭੈਣ ਨੇ ਉਹ ਫਾਈਲ ਮੇਰੇ ਕੋਲ ਲੈ ਲਈ। ਹੁਣ ਉਹ ਫਾਈਲ ਪੜ੍ਹ ਰਹੀ ਸੀ। ਉਹ ਪੂਰੀ ਤਰ੍ਹਾਂ ਹੈਰਾਨ ਸੀ। ਉਹ ਕਹਿਣ ਲੱਗੀ, ਦੇਖੋ ਦੀਦੀ, ਮੈਂ ਕਿਹਾ ਸੀ ਨਾ ਰੀਆ ਤੁਹਾਡੇ ਨਾਲ ਮਜ਼ਾਕ ਨਹੀਂ ਕਰ ਸਕਦੀ। ਅਸਲੀ ਮਜ਼ਾਕ ਤਾਂ ਦੇਖੋ ਤੁਹਾਡੇ ਪਤੀ ਅਤੇ ਤੁਹਾਡੀ ਸੱਸ ਨੇ ਤੁਹਾਡੇ ਨਾਲ ਕੀਤਾ ਹੈ। ਇਸ ਰਿਪੋਰਟ ਵਿੱਚ ਸਾਫ਼ ਲਿਖਿਆ ਹੈ ਕਿ ਉਹ ਤੁਹਾਡਾ ਪਤੀ ਸੌਰਵ ਕਦੇ ਪਿਤਾ ਨਹੀਂ ਬਣ ਸਕਦਾ। ਦੀਦੀ ਤੁਸੀਂ ਬਾਂਝ ਨਹੀਂ ਹੋ, ਤੁਹਾਡੇ ਪਤੀ ਵਿੱਚ ਨੁਕਸ ਹੈ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ। ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਕਿਹਾ, ਜੇ ਉਹਨਾਂ ਨੂੰ ਇਹ ਸਭ ਪਤਾ ਸੀ ਫਿਰ ਉਹ ਮੇਰੀ ਬੇਇੱਜ਼ਤੀ ਕਿਉਂ ਕਰਦੇ ਰਹੇ? ਸੌਰਵ ਦੀ ਰਿਪੋਰਟ ਦੇ ਹੇਠਾਂ ਗੌਰਵ ਦੀ ਰਿਪੋਰਟ ਵੀ ਸੀ। ਇਸ ਵਿੱਚ ਵੀ ਇਹੀ ਲਿਖਿਆ ਸੀ ਕਿ ਗੌਰਵ ਵੀ ਬਾਂਝ ਹੈ। ਫਿਰ ਸਾਰੇ ਹੈਰਾਨ ਰਹਿ ਗਏ ਤੇ ਰੀਆ ਦੀ ਭੈਣ ਨੇ ਕਿਹਾ, ਦੀਦੀ ਰੀਆ ਨੇ ਤੁਹਾਡੀ ਹਾਲਤ ਦੇਖ ਕੇ ਜ਼ਰੂਰ ਝੂਠ ਦਾ ਡਰਾਮਾ ਕਰਿਆ ਹੋਵੇਗਾ ਕਿ ਉਹ ਗਰਭਵਤੀ ਹੈ, ਕਿਉਂਕਿ ਉਹ ਜਾਣਦੀ ਸੀ ਜੀ ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਘਰ ਵਿੱਚ ਹਰ ਕੋਈ ਉਸ ਨੂੰ ਵੀ ਨਫ਼ਰਤ ਕਰਨ ਲੱਗ ਪੈਂਦਾ। ਰੀਆ ਨੇ ਡਰਾਮਾ ਕੀਤਾ ਤਾਂ ਉਸ ਦੀ ਸੱਸ ਨੇ ਸੋਚਿਆ ਹੋਵੇਗਾ ਕਿ ਸ਼ਾਇਦ ਕੋਈ ਚਮਤਕਾਰ ਹੋ ਗਿਆ ਹੋਵੇ ਤੇ ਮੇਰਾ ਬੇਟੇ ਦੀ ਕਮੀ ਦੂਰ ਹੋ ਗਈ ਹੈ, ਜਦੋਂ ਕਿ ਉਹ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦਾ ਰਾਜ ਜਾਣਨਾ ਚਾਹੁੰਦੀ ਸੀ। ਅਸਲ ਰਾਜ ਇਹ ਹੈ ਕਿ ਇਹ ਦੋਵੇਂ ਭਰਾ ਬੱਚਾ ਪੈਦਾ ਕਰਨ ਯੋਗ ਨਹੀਂ ਹਨ। ਹੁਣ ਮੈਨੂੰ ਸਮਝ ਆਈ ਕਿ ਰੀਆ ਕਿਉਂ ਕਹਿ ਰਹੀ ਸੀ ਕਿ ਇਹ ਲੋਕ ਮੇਰੇ ਤੋਂ ਬੱਚਾ ਖੋਹ ਕੇ ਮੈਨੂੰ ਘਰੋਂ ਕੱਢ ਦੇਣਗੇ। ਰੀਆ ਦੇ ਮਾਤਾ ਪਿਤਾ ਨੇ ਕਿਹਾ ਕਿ ਅਸੀਂ ਆਪਣੀ ਬੇਟੀ ਨੂੰ ਉਹਨਾਂ ਹਰਾਮੀ ਲੋਕਾਂ ਦੇ ਘਰੋਂ ਵਾਪਿਸ ਲੈਣ ਜਾ ਰਹੇ ਹਾਂ। ਮੈਂ ਕਿਹਾ, ਅੰਕਲ ਜੀ ਮੈਂ ਵੀ ਤੁਹਾਡੇ ਨਾਲ ਜਾਵਾਂਗੀ। ਉਹ ਮੰਨ ਗਏ ਸੀ। ਅਸੀਂ ਸਾਰੇ ਜਦੋਂ ਮੇਰੇ ਸਹੁਰੇ ਘਰ ਪਹੁੰਚੇ ਤਾਂ ਉਹਨਾਂ ਨੂੰ ਦੇਖ ਕੇ ਦੰਗ ਰਹਿ ਗਏ ਕਿ ਮੇਰੀ ਸੱਸ ਅਤੇ ਨਨਾਣ ਬਹੁਤ ਬੁਰੀ ਤਰ੍ਹਾਂ ਰੀਆ ਨੂੰ ਕੁੱਟ ਰਹੀਆਂ ਸਨ ਤੇ ਕਹਿ ਰਹੀਆਂ ਸੀ ਕਿ ਤੇਰੀ ਇੰਨੀ ਹਿੰਮਤ ਕਿ ਤੂੰ ਸਾਡੇ ਨਾਲ ਝੂਠ ਬੋਲੇ। ਅੰਕਲ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਕਿ ਮੇਰੀ ਧੀ ਦੇ ਸਹੁਰੇ ਉਸ ਤੇ ਜ਼ੁਲਮ ਕਰ ਰਹੇ ਨੇ। ਸੌਰਵ ਵੀ ਆਪਣੇ ਕਮਰੇ ਵਿੱਚੋਂ ਬਾਹਰ ਆ ਗਿਆ। ਮੈਂ ਅੱਗੇ ਵੱਧ ਕੇ ਉਸਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਫਿਰ ਮੈਂ ਥੱਕ ਕੇ ਬੋਲੀ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਵਰਗਾ ਕਮੀਨਾ ਇਨਸਾਨ ਨਹੀਂ ਦੇਖਿਆ। ਤੁਸੀਂ ਮੈਨੂੰ ਭਰੋਸੇ ਵਿੱਚ ਲੈ ਕੇ ਆਪਣੀਆਂ ਕਮੀਆਂ ਦੱਸ ਸਕਦੇ ਸੀ। ਮੈਂ ਫਿਰ ਵੀ ਤੁਹਾਡਾ ਸਾਥ ਦਿੰਦੀ। ਅਸੀਂ ਬੱਚਾ ਗੋਦ ਲੈ ਲੈਂਦੇ, ਕੋਈ ਸਮੱਸਿਆ ਨਹੀਂ ਸੀ। ਪਰ ਤੁਸੀਂ ਲੋਕਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਤੁਸੀਂ ਲੋਕਾਂ ਨੇ ਮੈਨੂੰ ਬਾਂਝ ਬਣਾ ਦਿੱਤਾ। ਮੈਨੂੰ ਤੁਰੰਤ ਤਲਾਕ ਚਾਹੀਦਾ ਹੈ। ਸੌਰਵ ਨੇ ਮੈਨੂੰ ਤਲਾਕ ਦੇ ਦਿੱਤਾ, ਪਰ ਗੌਰਵ ਨੇ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਵਾਂਗਾ। ਮੈਂ ਉਸ ਨੂੰ ਉਸ ਦੇ ਧੋਖੇ ਦੀ ਸਜ਼ਾ ਦੇਵਾਂਗਾ, ਜਿਸ ਧੋਖੇ ਵਿੱਚ ਉਸਨੇ ਮੈਨੂੰ ਪਿਛਲੇ 9 ਮਹੀਨਿਆਂ ਤੋਂ ਰੱਖਿਆ ਹੋਇਆ ਹੈ।
ਉਦੋਂ ਹੀ ਪੁਲਿਸ ਆ ਗਈ। ਪੁਲਿਸ ਨੇ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਆਪਣੀਆਂ ਪਤਨੀਆਂ ਤੇ ਜ਼ੁਲਮ ਕਰਨ ਦੇ ਦੋਸ਼ ਵਿੱਚ। ਉਸ ਤੋਂ ਬਾਅਦ ਰੀਆ ਦੇ ਮਾਪੇ ਮੈਨੂੰ ਵੀ ਆਪਣੇ ਨਾਲ ਲੈ ਗਏ। ਉਹ ਕਹਿਣ ਲੱਗੇ, ਅੱਜ ਤੋਂ ਤੂੰ ਸਾਡੀ ਬੇਟੀ ਹੈ। ਰੀਆ ਨੇ ਆਪਣੇ ਪਤੀ ਤੇ ਤਲਾਕ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਹੁਣ ਉਸ ਨੂੰ ਵੀ ਤਲਾਕ ਮਿਲ ਗਿਆ ਤੇ ਇਸ ਤਰ੍ਹਾਂ ਰੀਆ ਦੀ ਸਿਆਣਪ ਨਾਲ ਸਾਡੀ ਦੋਵਾਂ ਕੁੜੀਆਂ ਦੀ ਜ਼ਿੰਦਗੀ ਬਚ ਗਈ ਸੀ ਅਤੇ ਅੱਜ ਅਸੀਂ ਬਹੁਤ ਖੁਸ਼ ਹਾਂ। ਅੰਕਲ ਨੇ ਸਾਡਾ ਵਿਆਹ ਕਰਵਾ ਦਿੱਤਾ ਤੇ ਹੁਣ ਸਾਡੇ 2 ਬੱਚੇ ਵੀ ਹਨ। ਸਮਾਪਤ। ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਓ ਤਾਂ ਕਿ ਸਾਡੀਆਂ ਕਹਾਣੀਆਂ ਤੁਹਾਡੇ ਤੱਕ ਜਲਦੀ ਪਹੁੰਚ ਸਕਣ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ।